ਸਗੇਸ਼ਸ ਅਕੈਡਮੀ ਦੇ ਇਸ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਜਿਹੜੇ ਪੰਜਾਬ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਸੀਐਮ ਦੇ ਵਿੱਚ ਕਲੈਸ਼ਸ ਚੱਲ ਰਹੇ ਨੇ, ਕੀ ਕੰਟਰਾਡਿਕਸ਼ਨਸ ਆ ਰਹੀਆਂ ਨੇ, ਟਸ਼ਲ ਕੀ ਹੈ, ਕੀ ਕਾਰਨ ਹੈ। ਤੇ ਫਿਰ ਜੋ ਗਵਰਨਰ ਨੇ ਕਿਹਾ ਹੈ ਕਿ ਅਸੀਂ ਇੱਥੇ ਪ੍ਰੈਜ਼ੀਡੈਂਟ ਰੂਲ ਲਾ ਦਾਂਗੇ, ਮੈਂ ਰਿਪੋਰਟ ਭੇਜ ਦੂੰ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਨੂੰ, ਇੱਥੇ ਅਸੀਂ ਪ੍ਰੈਜ਼ੀਡੈਂਟ ਰੂਲ ਲਾ ਦਾਂ। ਆਪਾਂ ਉਸ ਪ੍ਰੈਜ਼ੀਡੈਂਟ ਰੂਲ ਬਾਰੇ ਵੀ ਸਾਰਾ ਪੜ੍ਹਾਂਗੇ, ਉਸਦੀਆਂ ਕੀ ਕੰਡੀਸ਼ਨਸ ਹੁੰਦੀਆਂ ਨੇ ਪ੍ਰੈਜ਼ੀਡੈਂਟ ਰੂਲ ਦੀਆਂ, ਉਸ ਨੂੰ ਰਿਵੋਕ ਕਿੱਦਾਂ ਕੀਤਾ ਜਾ ਸਕਦਾ, ਉਸ ਦਾ ਪ੍ਰਭਾਵ ਕੀ ਪੈਂਦਾ ਤੇ ਕੁਝ ਇੰਪੋਰਟੈਂਟ ਫੈਕਟਸ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ 'ਚ। ਪਹਿਲਾਂ ਤਾਂ ਆਪਾਂ ਦੇਖਦੇ ਹਾਂ ਗੱਲ ਕੀ ਹੈ, ਕੀ ਮੈਟਰ ਇਹਨਾਂ ਦੋਨਾਂ ਦੇ ਵਿੱਚ। ਪੰਜਾਬ ਗਵਰਨਮੈਂਟ ਤੇ ਗਵਰਨਰ ਦੇ ਵਿੱਚ ਜੇ ਕਲੈਸ਼ਸ ਨੇ 2022 ਤੋਂ ਹੀ ਚੱਲਦੇ ਆ ਰਹੇ ਨੇ, ਠੀਕ ਹੈ। ਤੇ ਹੁਣ ਰੀਸੈਂਟਲੀ ਜਿਹੜਾ ਇਹਨਾਂ ਦੇ ਵਿੱਚ ਫੇਸ ਆਫ ਚੱਲ ਰਿਹਾ ਪੰਜਾਬ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਸੀਐਮ ਦੇ ਵਿੱਚ, ਪੰਜਾਬ ਗਵਰਨਰ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਕੁਝ ਕੁਐਰੀਜ਼ ਭੇਜੀਆਂ ਸੀ 1 ਅਗਸਤ 2023 ਨੂੰ, ਤੇ ਤੁਸੀਂ ਉਸ ਕੁਐਰੀਜ਼ ਦੇ ਮੈਨੂੰ ਆਨਸਰਸ ਨਹੀਂ ਦੇ ਰਹੇ ਹੋ। ਜੇ ਤੁਸੀਂ ਮੈਨੂੰ ਉਹ ਜਿਹੜੀਆਂ ਕੁਐਰੀਜ਼ ਮੈਂ ਤੁਹਾਨੂੰ ਭੇਜੀਆਂ ਨੇ, ਜਿਹੜੇ ਕੁਐਸ਼ਚਨਸ ਮੈਂ ਤੁਹਾਨੂੰ ਭੇਜੇ, ਜੇ ਉਹਨਾਂ 'ਤੇ ਤੁਸੀਂ ਮੈਨੂੰ ਆਨਸਰ ਨਹੀਂ ਦਿਓਗੇ ਤਾਂ ਮੈਂ ਪ੍ਰੈਜ਼ੀਡੈਂਟ ਰੂਲ ਲਈ ਰਿਪੋਰਟ ਭੇਜ ਦੂੰਗਾ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਨੂੰ। ਪ੍ਰੈਜ਼ੀਡੈਂਟ ਰੂਲ ਆਰਟੀਕਲ 356 ਦੇ ਤਹਿਤ ਲੱਗਦਾ ਹੈ, ਠੀਕ ਹੈ। ਫਿਰ ਗਵਰਨਰ ਨੇ ਕਿਹਾ ਕਿ ਇੱਕ ਤਾਂ ਮੈਂ ਰਿਪੋਰਟ ਭੇਜ ਦੂੰ ਪ੍ਰੈਜ਼ੀਡੈਂਟ ਨੂੰ ਵੀ ਆਰਟੀਕਲ 356 ਲਾਇਆ ਜਾਵੇ ਇੱਥੇ, ਠੀਕ ਹੈ, ਪ੍ਰੈਜ਼ੀਡੈਂਟ ਰੂਲ ਲਾਇਆ ਜਾਵੇ, ਜਿਹਨੂੰ ਪ੍ਰੈਜ਼ੀਡੈਂਟ ਰੂਲ ਵੀ ਕਹਿੰਦੇ ਨੇ। ਇੱਕ ਮੈਂ ਤੁਹਾਡੇ ਅਗੇਂਸਟ ਕ੍ਰਿਮੀਨਲ ਪ੍ਰੋਸੀਡਿੰਗਸ ਲੈ ਕੇ ਆਊਂਗਾ ਸੈਕਸ਼ਨ 124 ਦੇ ਤਹਿਤ, ਸੈਕਸ਼ਨ 124 IPC ਦੇ ਤਹਿਤ, ਵੀ ਤੁਸੀਂ ਹੁਣ ਸੈਕਸ਼ਨ 124 ਕੀ ਕਹਿੰਦਾ ਹੈ ਕਿ ਪ੍ਰੈਜ਼ੀਡੈਂਟ ਨੂੰ ਜਾਂ ਗਵਰਨਰ ਨੂੰ ਉਸ ਦਾ ਕੰਮ ਕਰਨ ਤੋਂ ਰੋਕਣਾ। ਵੀ ਇੱਥੇ ਗਵਰਨਰ ਕਹਿ ਰਿਹਾ ਹੈ ਸੀਐਮ ਨੂੰ ਵੀ ਤੁਸੀਂ ਮੈਨੂੰ ਮੇਰਾ ਕੰਮ ਕਰਨ ਤੋਂ ਰੋਕੀ ਜਾਂਦੇ ਹੋ, ਤਾਂ ਇਸ ਕਰਕੇ ਮੈਂ ਇਹ ਪ੍ਰੋਸੀਡਿੰਗ ਕ੍ਰਿਮੀਨਲ ਪ੍ਰੋਸੀਡਿੰਗ ਤੁਹਾਡੇ ਅਗੇਂਸਟ ਲੈ ਕੇ ਆਊਂਗਾ ਸੈਕਸ਼ਨ 124 IPC ਦੇ ਤਹਿਤ, ਵੀ ਤੁਸੀਂ ਮੈਨੂੰ ਮੇਰਾ ਲੌਫੁਲ ਪਾਵਰ ਦੇ ਤਹਿਤ ਮੈਨੂੰ ਮੇਰਾ ਕੰਮ ਕਰਨ ਤੋਂ ਰੋਕੀ ਜਾਂਦੇ ਹੋ, ਠੀਕ ਹੈ ਨਾ। ਫਿਰ ਉਹਨੇ ਕਿਹਾ ਕਿ ਮੈਂ ਬਹੁਤ ਏਜੰਸੀਜ਼ ਤੋਂ, ਵੀ ਜਿੰਨਾ ਡਰੱਗ ਬਹੁਤ ਜ਼ਿਆਦਾ ਪੰਜਾਬ 'ਚ ਚੱਲ ਰਿਹਾ, ਬਹੁਤ ਸਾਰੀਆਂ ਏਜੰਸੀਜ਼ ਨੇ ਮੈਨੂੰ ਇਸ ਦੀ ਰਿਪੋਰਟ ਦਿੱਤੀ ਹੈ ਕਿ ਪੰਜਾਬ 'ਚ ਡਰੱਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ, ਇਸ ਨੂੰ ਟੈਕਲ ਕਰਨ 'ਚ ਗੌਰਮੈਂਟ ਅਸਫਲ ਰਹੀ ਹੈ। ਫਿਰ ਫਰਦਰ ਲੈਟਰ 'ਚ ਗਵਰਨਰ ਨੇ ਕੀ ਲਿਖਿਆ ਕਿ ਮੈਂ ਦੁਬਾਰਾ ਲਿਖ ਰਿਹਾ ਹਾਂ, ਉਹੀ ਜਿਹੜੀਆਂ ਕੁਐਰੀਜ਼ ਮੈਂ ਤੁਹਾਨੂੰ 1 ਅਗਸਤ 2023 ਨੂੰ ਭੇਜੀਆਂ ਸੀ ਉਹ ਦੁਬਾਰਾ ਭੇਜ ਰਹੇ ਹਾਂ, ਪਰ ਫਿਰ ਵੀ ਇੰਨੇ ਵਾਰੀ ਤੁਹਾਨੂੰ ਲਿਖਣ ਤੋਂ ਬਾਅਦ ਵੀ ਤੁਸੀਂ ਮੈਨੂੰ ਕੋਈ ਉਹਨਾਂ ਕੁਐਰੀਜ਼ ਦਾ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਹੈ। ਜੋ ਮੈਂ ਇਨਫੋਰਮੇਸ਼ਨ ਤੁਹਾਡੇ ਤੋਂ ਮੰਗੀ ਹੈ ਉਹ ਤੁਸੀਂ ਮੈਨੂੰ ਕਦੇ ਵੀ ਨਹੀਂ ਦਿੱਤੀ। ਤਾਂ ਮੈਂ ਤੁਹਾਨੂੰ ਲਾਸਟ ਟਾਈਮ ਇਹ ਗੱਲ ਕਹਿ ਰਿਹਾ, ਜੇ ਤੁਸੀਂ ਮੈਨੂੰ ਇਹ ਇਨਫੋਰਮੇਸ਼ਨ ਨਹੀਂ ਦਿਓਗੇ ਤਾਂ ਮੈਂ ਰਿਪੋਰਟ ਫਰਦਰ ਪ੍ਰੈਜ਼ੀਡੈਂਟ ਨੂੰ ਭੇਜ ਦੇਣੀ ਹੈ, ਤੇ ਇੱਥੇ ਪ੍ਰੈਜ਼ੀਡੈਂਟ ਰੂਲ ਵੀ ਲੱਗ ਸਕਦਾ ਹੈ ਪੰਜਾਬ 'ਚ, ਠੀਕ ਹੈ। ਤੇ ਗਵਰਨਰ ਨੇ ਇਹ ਵੀ ਕਿਹਾ ਕਿ ਸੀਐਮ ਨੇ ਜੋ ਪੰਜਾਬ ਦੇ, ਉਹ ਜਾਣਬੁੱਝ ਕੇ ਮੈਨੂੰ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰ ਰਹੇ ਤਾਂ ਕਿ ਮੈਂ ਆਪਣੀ ਲੌਫੁਲ ਜੌਬ ਹੈ, ਜੋ ਮੈਂ ਆਪਣੀ ਲੀਗਲ ਜੌਬ ਹੈ ਉਹ ਇਨੀਸ਼ੀਏਟ ਨਾ ਕਰ ਸਕਾਂ, ਉਹ ਆਪਣਾ ਕੰਮ ਨਾ ਕਰ ਸਕਾਂ। ਫਿਰ ਕਿਹਾ ਕਿ ਮੈਂ ਪ੍ਰੈਜ਼ੀਡੈਂਟ ਨੂੰ ਰਿਪੋਰਟ ਕਰੂੰਗਾ, ਤੇ ਉਸ ਦੇ ਤਹਿਤ ਮੈਂ ਪ੍ਰੈਜ਼ੀਡੈਂਟ ਨੂੰ ਇਹ ਕਹੂੰਗਾ ਕਿ ਇਹ ਜਿਹੜੀ ਸਰਕਾਰ ਹੈ, ਪੰਜਾਬ ਗੌਰਮੈਂਟ ਹੈ, ਇਹ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਨਹੀਂ ਚਲਾਈ ਜਾ ਰਹੀ ਹੈ, ਇੱਥੇ ਕੌਨਸਟੀਟਿਊਸ਼ਨਲ ਮੈਕੈਨਿਜ਼ਮ ਫੇਲ ਹੋ ਚੁੱਕਿਆ ਹੈ, ਠੀਕ ਹੈ। ਤੇ ਤੁਸੀਂ ਇੱਥੇ ਆਰਟੀਕਲ 356 ਦੇ ਤਹਿਤ ਪ੍ਰੈਜ਼ੀਡੈਂਟ ਦਾ ਰੂਲ ਲਾ ਦਿਓ। ਤੇ ਇੱਕ ਹੋਰ ਉਹਨਾਂ ਨੇ ਗੱਲ ਕਹੀ ਕਿ ਸੈਕਸ਼ਨ 124 IPC ਦੇ ਤਹਿਤ ਮੈਂ ਤੁਹਾਡੇ ਅਗੇਂਸਟ ਕ੍ਰਿਮੀਨਲ ਪ੍ਰੋਸੀਡਿੰਗਸ ਵੀ ਇਨੀਸ਼ੀਏਟ ਕਰੂੰਗਾ ਜੇ ਤੁਸੀਂ ਮੈਨੂੰ ਰੈਕਵੀਜਿਟ ਇਨਫੋਰਮੇਸ਼ਨ ਨਹੀਂ ਦਿੰਦੇ, ਜਿਹੜੀ ਮੈਂ ਕੁਐਰੀਜ਼ ਤੁਹਾਡੇ ਤੋਂ ਪੁੱਛੀਆਂ ਨਹੀਂ, ਤੇ ਜੇ ਤੁਸੀਂ ਮੈਨੂੰ ਇਹ ਸਭ ਨਹੀਂ ਦੱਸਦੇ ਕਿ ਤੁਸੀਂ ਪੰਜਾਬ 'ਚ ਡਰੱਗ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਕਿਹੜੇ ਸਟੈਪ ਲਏ ਨੇ, ਠੀਕ ਹੈ। ਇਹ ਸਭ ਜੇ ਤੁਸੀਂ ਮੈਨੂੰ ਦੱਸੋਗੇ ਤਾਂ ਫਿਰ ਤਾਂ ਇਨ ਦੈਟ ਕੇਸ ਤਾਂ ਮੈਂ ਪ੍ਰੈਜ਼ੀਡੈਂਟ ਰੂਲ ਵਾਸਤੇ ਰਿਪੋਰਟ ਨਹੀਂ ਭੇਜੂੰਗਾ, ਨਾ ਹੀ ਤੁਹਾਡੇ ਅਗੇਂਸਟ ਮੈਂ ਸੈਕਸ਼ਨ 124 IPC ਦੇ ਤਹਿਤ ਕੋਈ ਕ੍ਰਿਮੀਨਲ ਪ੍ਰੋਸੀਡਿੰਗਸ ਲੈ ਕੇ ਆਊਂਗਾ। ਜੇ ਨਹੀਂ ਤੁਸੀਂ ਮੈਨੂੰ ਇਹ ਸਾਰੀ ਇਨਫੋਰਮੇਸ਼ਨ ਦਿੱਤੇ ਤਾਂ ਮੇਰੇ ਕੋਲ ਹੋਰ ਕੋਈ ਅਲਟਰਨੇਟਿਵ ਨਹੀਂ ਹੈ, ਮੈਨੂੰ ਇਹ ਸਾਰਾ ਕੁਝ ਭੇਜਣਾ ਪਏਗਾ ਪ੍ਰੈਜ਼ੀਡੈਂਟ ਨੂੰ, ਤੇ ਕ੍ਰਿਮੀਨਲ ਪ੍ਰੋਸੀਡਿੰਗਸ ਇਨੀਸ਼ੀਏਟ ਕਰਨੀਆਂ ਪੈਣਗੀਆਂ ਤੁਹਾਡੇ ਅਗੇਂਸਟ। ਹੁਣ ਆਪਾਂ ਦੇਖਦੇ ਹਾਂ ਕਿ ਆਰਟੀਕਲ 356 ਕੀ ਹੁੰਦਾ ਹੈ। ਪਹਿਲੀ ਗੱਲ ਤੁਸੀਂ ਨਾ ਇਹ ਸਿਨੋਨਿਮਸ ਹੈ, ਆਰਟੀਕਲ 356 ਨੂੰ ਹੀ ਪ੍ਰੈਜ਼ੀਡੈਂਟ ਰੂਲ ਕਹਿੰਦੇ ਨੇ, ਕਿਉਂਕਿ ਜ਼ਿਆਦਾਤਰ ਪਾਵਰ ਇਸ 'ਚ ਜਦੋਂ ਆਪਾਂ ਆਰਟੀਕਲ 356 ਕਿਸੇ ਸਟੇਟ 'ਚ ਇੰਪੋਜ਼ ਕਰਦੇ ਹਾਂ ਤਾਂ ਜ਼ਿਆਦਾਤਰ ਪਾਵਰ ਪ੍ਰੈਜ਼ੀਡੈਂਟ ਕੋਲ ਹੁੰਦੀਆਂ ਨੇ, ਠੀਕ ਹੈ ਨਾ। ਜਿਹੜਾ ਆਰਟੀਕਲ 356 ਜਾਂ ਪ੍ਰੈਜ਼ੀਡੈਂਟ ਰੂਲ ਹੈ, ਇਹ ਦੋ ਆਰਟੀਕਲ 'ਚ ਮੈਂਸ਼ਨ ਕੀਤਾ ਗਿਆ। ਪਹਿਲੀ 2 ਗਰਾਊਂਡਸ 'ਚ ਲਾਇਆ ਜਾਏਗਾ। ਪਹਿਲੀ ਗਰਾਊਂਡ ਕਿਹੜੀ ਹੋਏਗੀ ਆਰਟੀਕਲ 356 ਦੇ ਤਹਿਤ, ਤੇ ਦੂਜੀ ਗਰਾਊਂਡ ਕਿਹੜੀ ਹੋਏਗੀ ਜਿਹੜੀ ਆਰਟੀਕਲ 365 'ਚ ਦੇ ਰੱਖੀ। ਆਪਾਂ ਦੋਨੋਂ ਬਾਰ ਇੱਥੇ ਡਿਸਕਸ ਕਰਾਂਗੇ, ਆਰਟੀਕਲ 356 'ਚ ਕੀ ਦੇ ਰੱਖਿਆ, ਆਰਟੀਕਲ 365 'ਚ ਕੀ ਦੇ ਰੱਖਿਆ 56 ਨੂੰ, ਠੀਕ ਹੈ।
ਤੇ ਆਰਟੀਕਲ 356 ਕੀ ਕਹਿੰਦਾ ਕਿ ਪ੍ਰੈਜ਼ੀਡੈਂਟ ਇੱਕ ਪ੍ਰੋਕਲੇਮੇਸ਼ਨ ਇੱਕ ਘੋਸ਼ਣਾ ਕਰੇਗਾ ਕਿ ਉਹਨੂੰ ਲੱਗ ਰਿਹਾ ਹੈ ਕਿ ਕਿਸੇ ਪਰਟੀਕੂਲਰ ਸਟੇਟ ਦੀ ਗਵਰਨਮੈਂਟ ਕਨਸਟੀਟਿਊਸ਼ਨ ਦੇ ਅਕੋਰਡਿੰਗ ਨਹੀਂ ਚਲਾਈ ਜਾ ਰਹੀ, ਉਹ ਕਨਸਟੀਟਿਊਸ਼ਨ ਦੇ ਅਗੇਂਸਟ ਚਲਾਈ ਜਾ ਰਹੀ ਹੈ। ਕਨਸਟੀਟਿਊਸ਼ਨ ਦੇ ਜਿਹੜੇ ਰੂਲ ਰੈਗੂਲੇਸ਼ਨ ਹੁੰਦੇ ਨੇ ਉਸ ਦੇ ਅਕੋਰਡੈਂਸ ਨਹੀਂ ਚਲਾਈ ਜਾ ਰਹੀ ਹੈ, ਤਾਂ ਪ੍ਰੈਜ਼ੀਡੈਂਟ ਇੱਕ ਘੋਸ਼ਣਾ ਇਸ਼ੂ ਕਰੇਗਾ, ਇਹ ਘੋਸ਼ਣਾ ਕਰੇਗਾ ਕਿ ਇੱਥੇ ਪ੍ਰੈਜ਼ੀਡੈਂਟ ਰੂਲ ਲਾ ਦਿੱਤਾ ਜਾਵੇ। ਠੀਕ ਹੈ, ਫਿਰ ਹੁਣ ਦੇਖੋ ਪ੍ਰੈਜ਼ੀਡੈਂਟ ਇਹ ਗਵਰਨਰ ਦੀ ਰਿਪੋਰਟ ਤੇ ਵੀ ਕਰ ਸਕਦਾ ਹੈ ਤੇ ਉਹ ਆਪਣੇ ਆਪ ਵੀ ਕਰ ਸਕਦਾ ਹੈ। ਕਹਿਣ ਦਾ ਮਤਲਬ ਇੱਥੇ ਕੀ ਹੈ ਕਿ ਪ੍ਰੈਜ਼ੀਡੈਂਟ ਨੂੰ ਜ਼ਰੂਰਤ ਨਹੀਂ ਹੈ ਕਿ ਗਵਰਨਰ ਦੀ ਰਿਪੋਰਟ ਤੇ ਹੀ ਉਹ ਘੋਸ਼ਣਾ ਕਰੇ ਕਿ ਇੱਥੇ ਪ੍ਰੈਜ਼ੀਡੈਂਟ ਰੂਲ ਲਾਇਆ ਜਾਵੇ। ਉਹ ਆਪਣੀ ਸੋਚ ਵਿਚਾਰ, ਆਪਣੀ ਕੌਂਸ਼ੀਅਸ ਨਾਲ ਵੀ ਕਿਸੇ ਸਟੇਟ 'ਚ ਪ੍ਰੈਜ਼ੀਡੈਂਟ ਰੂਲ ਲਾ ਸਕਦਾ ਹੈ। ਠੀਕ ਹੈ, ਫਿਰ ਆਰਟੀਕਲ 365 ਕੀ ਕਹਿੰਦਾ ਹੈ? ਆਰਟੀਕਲ 365 ਕਹਿੰਦਾ ਹੈ ਕਿ ਜਦੋਂ ਕੋਈ ਸਟੇਟ ਸੈਂਟਰ ਦੀਆਂ ਦਿੱਤੀਆਂ ਹੋਈਆਂ ਟ੍ਰਾਂਜੈਕਸ਼ਨਸ ਨੂੰ ਨਹੀਂ ਮੰਨਦੀ, ਸਟੇਟ ਫੇਲ ਹੋ ਜਾਂਦੀ ਹੈ। ਸੈਂਟਰ ਨੇ ਜਿਵੇਂ ਕਿਹਾ ਹੁੰਦਾ ਵੀ ਤੁਸੀਂ ਕੁਝ ਐਦਾਂ ਕਰੋ ਜਿਸ ਨਾਲ ਕੋਈ ਡਰੱਗ ਪ੍ਰੋਬਲਮ ਸੋਲਵ ਹੋ ਜਾਏ, ਕੋਈ ਐਦਾਂ ਹੋ ਜੇ, ਕੋਈ ਵੀ ਮਤਲਬ ਕੋਈ ਡਾਇਰੈਕਸ਼ਨ ਸੈਂਟਰ ਨੇ ਦਿੱਤੀ ਹੈ ਤੇ ਸਟੇਟ ਗਵਰਨਮੈਂਟ ਫੇਲ ਹੋ ਜਾਂਦੀ, ਉਸ ਨਾਲ ਕੰਪਲਾਈ ਨਹੀਂ ਕਰ ਪਾਉਂਦੀ, ਉਸ ਡਾਇਰੈਕਸ਼ਨਸ ਨੂੰ ਮੰਨ ਨਹੀਂ ਪਾਉਂਦੀ, ਤਾਂ ਪ੍ਰੈਜ਼ੀਡੈਂਟ ਇਹ ਮੰਨ ਕੇ ਚੱਲਦਾ ਹੈ ਕਿ ਇੱਥੇ ਇੱਕ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਗਈ ਹੈ ਸਟੇਟ 'ਚ ਕਿ ਇਸ ਸਟੇਟ ਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗ ਨਹੀਂ ਚਲਾਇਆ ਜਾ ਰਿਹਾ, ਤਾਂ ਇੱਥੇ ਪ੍ਰੈਜ਼ੀਡੈਂਟ ਰੂਲ ਲਾਉਣ ਦੀ ਲੋੜ ਹੈ। ਆਪਾਂ ਡਿਸਕਸ ਕੀਤਾ ਕਿ ਪ੍ਰੈਜ਼ੀਡੈਂਟ ਰੂਲ ਆਰਟੀਕਲ 356 ਦੇ ਤਹਿਤ ਕਿਵੇਂ ਲਾਉਂਦੇ ਨੇ ਤੇ ਆਰਟੀਕਲ 365 ਦੇ ਤਹਿਤ ਕਿਵੇਂ ਲਾਉਂਦੇ ਨੇ, ਇਹ ਡਿਸਕਸ ਕੀਤਾ। ਹੁਣ ਆਪਾਂ ਅੱਗੇ ਦੇਖਾਂਗੇ ਕੀ ਕੰਡੀਸ਼ਨਸ ਹੋਣਗੀਆਂ ਪ੍ਰੈਜ਼ੀਡੈਂਟ ਰੂਲ ਲਾਉਣ ਦੀਆਂ। ਠੀਕ ਹੈ ਨਾ, ਕੀ ਕੰਡੀਸ਼ਨਸ ਹੋਣਗੀਆਂ, ਕੀ ਸ਼ਰਤਾਂ ਹੋਣਗੀਆਂ ਪ੍ਰੈਜ਼ੀਡੈਂਟ ਰੂਲ ਲਾਉਣ ਦੀਆਂ। ਪਹਿਲਾਂ ਤਾਂ ਪ੍ਰੈਜ਼ੀਡੈਂਟ ਉਦੋਂ ਪ੍ਰੋਕਲੇਮ ਕਰੇਗਾ ਜਦੋਂ ਪ੍ਰੈਜ਼ੀਡੈਂਟ ਕਦੋਂ ਘੋਸ਼ਣਾ ਕਰੇਗਾ ਪ੍ਰੈਜ਼ੀਡੈਂਟ ਰੂਲ ਦੀ, ਜਦੋਂ ਪਾਰਲੀਮੈਂਟ ਵੀ ਜਦੋਂ ਪ੍ਰੈਜ਼ੀਡੈਂਟ ਨੇ ਘੋਸ਼ਣਾ ਕਰ ਦਿੱਤੀ ਵੀ ਇੱਥੇ ਪ੍ਰੈਜ਼ੀਡੈਂਟ ਰੂਲ ਲਾ ਦਿਓ, ਇਸ ਸਟੇਟ 'ਚ ਪਰਟੀਕੂਲਰ ਸਟੇਟ ਸਪੋਜ਼ ਕਰੋ ਪੰਜਾਬ 'ਚ ਪ੍ਰੈਜ਼ੀਡੈਂਟ ਰੂਲ ਲਾ ਦਿਓ। ਠੀਕ ਹੈ, ਤਾਂ ਵਿਦਿਨ 2 ਮੰਥ 2 ਮੰਥ ਦੇ ਵਿੱਚ ਅੱਜ ਸਪੋਜ਼ ਕਰੋ ਅੱਜ ਜਿਵੇਂ 28 ਅਗਸਤ ਹੈ, ਅਗਸਤ ਸੈਪਟੈਂਬਰ ਅਕਤੂਬਰ 28 ਅਕਤੂਬਰ 2023 ਦੇ ਵਿੱਚ ਇਹਨਾਂ ਨੂੰ ਪਾਰਲੀਮੈਂਟ ਦੇ ਦੋਨੋਂ ਹਾਊਸਸ ਦਾ ਅਪਰੂਵਲ ਲੈਣਾ ਇਹਨਾਂ ਨੂੰ ਜ਼ਰੂਰੀ ਹੈ। ਠੀਕ ਹੈ, ਤਾਂ ਪਹਿਲੀ ਕੰਡੀਸ਼ਨ ਤਾਂ ਇਹ ਹੋਏਗੀ ਕਿ ਜਦੋਂ ਪ੍ਰੈਜ਼ੀਡੈਂਟ ਰੂਲ ਲੱਗ ਜਾਂਦਾ ਹੈ ਉਸ ਦੇ 2 ਮਹੀਨਿਆਂ ਦੇ ਵਿੱਚ ਪਾਰਲੀਮੈਂਟ ਦੇ ਦੋਨਾਂ ਹਾਊਸਸ ਦਾ ਅਪਰੂਵਲ ਲੈਣਾ ਜ਼ਰੂਰੀ ਹੈ। ਠੀਕ ਹੈ, ਓਕੇ। ਔਨ ਦਾ ਅਦਰ ਹੈਂਡ ਅੱਗੇ ਆਪਾਂ ਦੇਖਦੇ ਹਾਂ ਜੇ ਦੋਨਾਂ ਹਾਊਸਸ ਨੇ ਅਪਰੂਵ ਵੀ ਕਰ ਦਿੱਤਾ ਤਾਂ ਪ੍ਰੈਜ਼ੀਡੈਂਟ ਦਾ ਰੂਲ ਲਗਭਗ 6 ਮੰਥ ਤੱਕ ਰਹੇਗਾ। 6 ਮੰਥ 2 ਮਹੀਨੇ ਹੈ ਤੇ 4 ਮਹੀਨੇ ਅਗਲੇ 6 ਮੰਥ ਚੱਲੇਗਾ। ਫਿਰ ਮੈਕਸੀਮਮ ਟਾਈਮ ਕਿੰਨਾ ਲਾਇਆ ਜਾ ਸਕਦਾ ਹੈ? ਮੈਕਸੀਮਮ ਟਾਈਮ 3 ਸਾਲਾਂ ਤੱਕ ਪ੍ਰੈਜ਼ੀਡੈਂਟ ਦਾ ਰੂਲ ਲਾਇਆ ਜਾ ਸਕਦਾ ਹੈ, ਪਰ ਤੁਹਾਨੂੰ ਹਰ 6 ਮਹੀਨੇ ਬਾਅਦ ਪਾਰਲੀਮੈਂਟ ਦੇ ਦੋਨਾਂ ਹਾਊਸਸ ਦਾ ਅਪਰੂਵਲ ਲੈਣਾ ਜ਼ਰੂਰੀ ਹੈ। ਠੀਕ ਹੈ, ਇਹ ਕੰਡੀਸ਼ਨ ਸੀ ਵੀ ਪ੍ਰੈਜ਼ੀਡੈਂਟ ਦਾ ਰੂਲ ਕਿੰਨੇ ਟਾਈਮ ਤੱਕ ਚੱਲੇਗਾ, ਕਿੰਨੇ ਟਾਈਮ ਤੱਕ ਚੱਲੇਗਾ। ਮੈਂ ਦੁਬਾਰਾ ਤੁਹਾਨੂੰ ਦੱਸ ਦਿੰਦਾ ਹਾਂ ਕਿ ਜਦੋਂ ਪ੍ਰੈਜ਼ੀਡੈਂਟ ਨੇ ਘੋਸ਼ਣਾ ਕਰਤੀ 2 ਮਹੀਨਿਆਂ ਦੇ ਵਿੱਚ ਤੇ ਪਾਰਲੀਮੈਂਟ ਦਾ ਅਪਰੂਵਲ ਲੈਣਾ ਜ਼ਰੂਰੀ 2 ਮਹੀਨਾ, ਤੇ ਜਦੋਂ ਪਾਰਲੀਮੈਂਟ ਦੁਆਰਾ ਅਪਰੂਵ ਹੋ ਗਿਆ, ਜਦੋਂ ਪ੍ਰੈਜ਼ੀਡੈਂਟ ਰੂਲ ਪਾਰਲੀਮੈਂਟ ਦਾ ਅਪਰੂਵਲ ਜਦੋਂ ਪ੍ਰੈਜ਼ੀਡੈਂਟ ਰੂਲ ਨੂੰ ਮਿਲ ਗਿਆ ਤਾਂ ਪ੍ਰੈਜ਼ੀਡੈਂਟ ਦਾ ਰੂਲ 6 ਮੰਥ ਤੱਕ ਰਹੇਗਾ। ਠੀਕ ਹੈ, ਫਿਰ ਮੈਕਸੀਮਮ ਕਿੰਨਾ ਟਾਈਮ ਰੱਖ ਸਕਦੇ ਨੇ ਪ੍ਰੈਜ਼ੀਡੈਂਟ ਰੂਲ ਨੂੰ? 3 ਸਾਲਾਂ ਤੱਕ। ਠੀਕ ਹੈ, ਮੈਕਸੀਮਮ 3 ਸਾਲਾਂ ਤੱਕ ਰੱਖ ਸਕਦੇ ਨੇ, ਬਟ ਪਾਰਲੀਮੈਂਟ ਦਾ ਅਪਰੂਵਲ ਤੁਹਾਨੂੰ ਹਰ 6 ਮਹੀਨੇ ਬਾਅਦ ਲੈਣਾ ਪੈਣਾ ਹੈ। ਫਿਰ ਅੱਗੇ ਦੇਖਦੇ ਹਾਂ ਵੀ ਜਿਵੇਂ ਤੁਸੀਂ ਪਾਰਲੀਮੈਂਟ ਜਿਵੇਂ ਤੁਸੀਂ ਪ੍ਰੈਜ਼ੀਡੈਂਟ ਰੂਲ ਦੀ ਘੋਸ਼ਣਾ ਦਾ ਅਪਰੂਵਲ ਲੈਣੇ ਹੋ ਜਾਂ ਪ੍ਰੈਜ਼ੀਡੈਂਟ ਰੂਲ ਨੂੰ ਅੱਗੇ ਕੰਟੀਨਿਊ ਕਰਨਾ ਹੈ। ਠੀਕ ਹੈ, ਤਾਂ ਇਹਨਾਂ ਦੋਨਾਂ ਕੇਸਾਂ 'ਚ ਪਾਰਲੀਮੈਂਟ ਦੇ ਦੋਨਾਂ ਹਾਊਸਸ ਦੀ ਸਿੰਪਲ ਮੈਜੋਰਟੀ ਦਾ ਅਪਰੂਵਲ ਹੋਣਾ ਜ਼ਰੂਰੀ ਹੈ। ਸਿੰਪਲ ਮੈਜੋਰਟੀ ਇੱਥੇ ਕੀ ਹੈ ਆਪਾਂ ਦੇਖਾਂਗੇ। ਸਿੰਪਲ ਮੈਜੋਰਟੀ ਇਸ ਹਿਸਾਬ 'ਚ ਕਿ ਹਾਊਸ 'ਚ ਰਾਜ ਸਭਾ 'ਚ ਜਿੰਨੇ ਪਰਸਨ ਪ੍ਰੈਜ਼ੈਂਟ ਨੇ ਉਹਨਾਂ ਦੀ ਮੈਜੋਰਟੀ। ਠੀਕ ਹੈ, ਤੇ ਲੋਕ ਸਭਾ 'ਚ ਜਿੰਨੇ ਪਰਸਨ ਪ੍ਰੈਜ਼ੈਂਟ ਨੇ ਤੇ ਵੋਟ ਕਰਨੇ ਨੇ ਉਹਨਾਂ ਦੀ ਮੈਜੋਰਟੀ, ਤਾਂ ਸਿੰਪਲ ਮੈਜੋਰਟੀ ਨਾਲ ਇਹ ਪਾਸ ਕੀਤੇ ਜਾਣੇ। ਭਾਵੇਂ ਤਾਂ ਤੁਸੀਂ ਪ੍ਰੈਜ਼ੀਡੈਂਟ ਦੇ ਰੂਲ ਨੂੰ ਪ੍ਰਭਾਵ 'ਚ ਲਿਆਉਣਾ ਚਾਹੁੰਦੇ ਹੋ, ਭਾਵੇਂ ਤੁਸੀਂ ਪ੍ਰੈਜ਼ੀਡੈਂਟ ਰੂਲ ਨੂੰ ਕੰਟੀਨਿਊ ਕਰਨਾ ਚਾਹੁੰਦੇ ਹੋ, ਤਾਂ ਉੱਥੇ ਪਾਰਲੀਮੈਂਟ ਦੇ ਦੋਨੋਂ ਹਾਊਸਸ ਦੀ ਸਿੰਪਲ ਮੈਜੋਰਟੀ ਨਾਲ ਅਪਰੂਵਲ ਮਿਲਣੀ ਚਾਹੀਦੀ ਹੈ। ਫਿਰ ਆਰਟੀਕਲ 44 ਅਮੈਂਡਮੈਂਟ 44 1978 ਨੇ ਇੱਕ ਨਿਊ ਪ੍ਰੋਵੀਜ਼ਨ ਐਡ ਕੀਤਾ ਸੀ ਕਿ ਪਾਰਲੀਮੈਂਟ ਕਿਸੇ ਰਾਜ 'ਚ 1 ਸਾਲ ਤੋਂ ਜ਼ਿਆਦਾ
ਕਿਸੇ ਰਾਜ 'ਚ 1 ਸਾਲ ਤੋਂ ਜ਼ਿਆਦਾ ਪ੍ਰੈਜ਼ੀਡੈਂਟ ਰੂਲ ਉਦੋਂ ਹੀ ਲਾ ਸਕਦੀ ਹੈ ਜਦੋਂ ਅਗਲੀਆਂ ਦਿੱਤੀਆਂ ਹੋਈਆਂ ਕੰਡੀਸ਼ਨਸ ਪੂਰੀਆਂ ਹੋਣਗੀਆਂ। ਮਤਲਬ 44th ਅਮੈਂਡਮੈਂਟ ਹੈ ਜਿਹੜਾ 44ਵਾਂ ਜਿਹੜਾ ਅਮੈਂਡਮੈਂਟ 1978 'ਚ ਆਇਆ, ਉਹਨੇ ਕਿਹਾ ਜੇ ਤੁਸੀਂ 1 ਸਾਲ ਤੋਂ ਜ਼ਿਆਦਾ ਪ੍ਰੈਜ਼ੀਡੈਂਟ ਦਾ ਰੂਲ ਕਿਸੇ ਸਟੇਟ 'ਚ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 2 ਕੰਡੀਸ਼ਨਸ ਤੁਹਾਡੇ ਅੱਗੇ ਹੋਣੇ ਚਾਹੀਦੀਆਂ ਨੇ, 2 ਸ਼ਰਤਾਂ ਹੋਣਗੀਆਂ। ਉਹ ਆਪਾਂ 2 ਸ਼ਰਤਾਂ ਅੱਗੇ ਦੇਖਦੇ ਹਾਂ। ਤਾਂ ਉਹਨਾਂ ਨੇ ਕੀ ਕਿਹਾ ਕਿ ਜੇ ਤੁਸੀਂ 1 ਸਾਲ ਤੋਂ ਜ਼ਿਆਦਾ ਲਾਉਣਾ ਚਾਹੁੰਦੇ ਹੋ ਤਾਂ ਪਹਿਲੀ ਗੱਲ ਕੀ ਹੈ, ਸਾਰੇ ਦੇਸ਼ 'ਚ ਜਾਂ ਉਸੇ ਕੰਸਰਨਡ ਸਟੇਟ ਜਿੱਥੇ ਤੁਸੀਂ ਪ੍ਰੈਜ਼ੀਡੈਂਟ ਰੂਲ ਲਾਇਆ ਹੋਇਆ ਹੈ, ਜਾਂ ਤਾਂ ਸਾਰੇ ਦੇਸ਼ 'ਚ ਨੈਸ਼ਨਲ ਐਮਰਜੈਂਸੀ ਹੋਣੀ ਚਾਹੀਦੀ ਹੈ, ਜਾਂ ਉਸੇ ਸਟੇਟ 'ਚ ਸਾਰੀ 'ਚ ਜਾਂ ਸਟੇਟ ਦੇ ਕਿਸੇ ਪਾਰਟ 'ਚ ਨੈਸ਼ਨਲ ਐਮਰਜੈਂਸੀ ਹੋਣੀ ਚਾਹੀਦੀ ਹੈ। ਫਿਰ ਹੀ ਤੁਸੀਂ ਪ੍ਰੈਜ਼ੀਡੈਂਟ ਰੂਲ ਨੂੰ 1 ਸਾਲ ਤੋਂ ਜ਼ਿਆਦਾ ਅੱਗੇ ਵਧਾ ਸਕਦੇ ਹੋ। ਠੀਕ ਹੈ। ਫਿਰ ਦੂਸਰੀ ਕੀ, ਜਦੋਂ ਇਲੈਕਸ਼ਨ ਕਮਿਸ਼ਨ ਸੈਟਿਸਫਾਈ ਹੋ ਜੇ ਕਿ ਅਸੀਂ ਕੰਸਰਨਡ ਸਟੇਟ 'ਚ ਜਨਰਲ ਇਲੈਕਸ਼ਨਸ ਨਹੀਂ ਕਰਾ ਸਕਦੇ, ਇੱਥੇ ਬਹੁਤ ਸਾਰੀਆਂ ਡਿਫਿਕਲਟੀਜ਼ ਨੇ, ਇੱਥੇ ਬਹੁਤ ਸਾਰੀਆਂ ਪ੍ਰੋਬਲਮਸ ਨੇ, ਇਲੈਕਸ਼ਨ ਕਮਿਸ਼ਨ ਕਹੇ ਕਿ ਅਸੀਂ ਕੰਸਰਨਡ ਸਟੇਟ 'ਚ ਅਸੀਂ ਲੈਜਿਸਲੇਟਿਵ ਅਸੈਂਬਲੀ 'ਚ ਅਸੀਂ ਇਲੈਕਸ਼ਨਸ ਨਹੀਂ ਕਰਵਾ ਸਕਦੇ, ਤਾਂ ਇਹਨਾਂ ਦੋਨਾਂ ਸ਼ਰਤਾਂ ਜੇ ਦੋਨੋਂ ਸ਼ਰਤਾਂ ਲਾਗੂ ਹੁੰਦੀਆਂ ਨੇ ਤਾਂ ਤੁਸੀਂ ਪ੍ਰੈਜ਼ੀਡੈਂਟ ਰੂਲ 1 ਸਾਲ ਤੋਂ ਜ਼ਿਆਦਾ ਵਧਾ ਸਕਦੇ ਹੋ ਕਿਸੇ ਸਟੇਟ 'ਚ। ਫਿਰ ਰਿਵੋਕ ਕਿਵੇਂ ਕੀਤਾ ਜਾਏਗਾ? ਸਿੰਪਲ ਘੋਸ਼ਣਾ ਕਰਕੇ ਪ੍ਰੈਜ਼ੀਡੈਂਟ ਸਿੰਪਲ ਘੋਸ਼ਣਾ ਕਿਸੇ ਵੀ ਟਾਈਮ ਉੱਠ ਕੇ ਪ੍ਰੈਜ਼ੀਡੈਂਟ ਸਿੰਪਲ ਘੋਸ਼ਣਾ ਕਰਕੇ ਇਸ ਨੂੰ ਰਿਵੋਕ ਕਰ ਸਕਦਾ ਹੈ, ਪ੍ਰੈਜ਼ੀਡੈਂਟ ਰੂਲ ਨੂੰ ਖਤਮ ਕਰ ਸਕਦਾ ਹੈ। ਹਾਂ, ਜਦੋਂ ਪ੍ਰੈਜ਼ੀਡੈਂਟ ਰੂਲ ਨੂੰ ਰਿਵੋਕ ਕਰਦਾ ਹੈ ਤਾਂ ਉਦੋਂ ਕੋਈ ਵੀ ਪਾਰਲੀਮੈਂਟਰੀ ਅਪਰੂਵਲ ਲੈਣ ਦੀ ਲੋੜ ਨਹੀਂ ਹੈ, ਸਿਰਫ ਘੋਸ਼ਣਾ ਕਰਕੇ ਉਹ ਪ੍ਰੈਜ਼ੀਡੈਂਟ ਰੂਲ ਨੂੰ ਖਤਮ ਕਰ ਸਕਦਾ ਹੈ, ਰਿਵੋਕ ਕਰ ਸਕਦਾ ਹੈ। ਹੁਣ ਆਪਾਂ ਦੇਖਾਂਗੇ, ਆਪਾਂ ਗੱਲ ਕਰ ਰਹੇ ਹਾਂ ਪ੍ਰੈਜ਼ੀਡੈਂਟ ਰੂਲ ਕਿਸੇ ਸਟੇਟ 'ਚ ਜਦੋਂ ਲੱਗ ਜਾਂਦਾ ਹੈ ਉਦੋਂ ਉਸਦੇ ਰੈਮੀਫਿਕੇਸ਼ਨਸ ਕੀ ਹੁੰਦੇ ਨੇ, ਉਸਦੇ ਪ੍ਰਭਾਵ ਕੀ ਹੁੰਦੇ ਨੇ, ਕੀ ਹੋ ਜਾਂਦਾ ਉਸ ਸਟੇਟ 'ਚ, ਕਿਉਂ ਸਰਕਾਰਾਂ ਦੇ ਵਿੱਚ ਕਲੈਸ਼ਸ ਬਣੇ ਰਹਿੰਦੇ ਨੇ। ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦੇ ਹਾਂ ਕਿ ਸੈਂਟਰਲ ਗੌਰਮੈਂਟ ਨੇ ਕਈ ਵਾਰੀ ਆਪਣੇ ਪੋਲੀਟੀਕਲ ਇੰਟਰਸਟ ਵਾਸਤੇ ਸੈਂਟਰਲ ਗੌਰਮੈਂਟ ਨੇ ਕਈ ਸਟੇਟਾਂ 'ਚ ਰੀਜਨਲ ਪਾਰਟੀਜ਼ ਨੂੰ ਸਪਰੈਸ ਕਰਨ ਵਾਸਤੇ ਬਹੁਤ ਵਾਰੀ ਪ੍ਰੈਜ਼ੀਡੈਂਟ ਰੂਲ ਦਾ ਮਿਸਯੂਜ਼ ਵੀ ਕੀਤਾ ਹੈ। ਤਾਂ ਇੱਥੇ ਵੀ ਆਪਾਂ ਦੇਖਾਂਗੇ ਕਿ ਕੀ ਗੱਲ ਹੈ, ਕੀ ਪ੍ਰਭਾਵ ਪੈ ਜਾਂਦੇ ਨੇ। ਜਦੋਂ ਪ੍ਰੈਜ਼ੀਡੈਂਟ ਦਾ ਰੂਲ ਕਿਸੇ ਸਟੇਟ 'ਚ ਲੱਗ ਜਾਂਦਾ ਹੈ ਤਾਂ ਪ੍ਰੈਜ਼ੀਡੈਂਟ ਸਭ ਤੋਂ ਪਹਿਲਾਂ ਕੌਂਸਲ ਆਫ ਮਿਨਿਸਟਰਸ ਨੂੰ ਡਿਸਮਿਸ ਕਰ ਦਿੰਦਾ ਹੈ। ਠੀਕ ਹੈ। ਕੌਂਸਲ ਆਫ ਮਿਨਿਸਟਰਸ ਆਪਾਂ ਨੂੰ ਪਤਾ ਚੀਫ ਮਿਨਿਸਟਰ ਦੁਆਰਾ ਹੈੱਡ ਕੀਤੀ ਜਾਂਦੀ ਹੈ। ਸਾਰੇ ਉਸਦੇ ਮਿਨਿਸਟਰਸ ਅਤੇ ਉਸਦੀ ਚੀਫ ਮਿਨਿਸਟਰ ਦੀ ਸਟੇਟ ਆਫ ਕੌਂਸਲ ਆਫ ਮਿਨਿਸਟਰਸ ਡਿਸਮਿਸ ਹੋ ਜਾਂਦੀ ਹੈ। ਚੀਫ ਮਿਨਿਸਟਰ ਖੁਦ ਮਿਨਿਸਟਰ ਹੀ ਹੁੰਦਾ ਹੈ ਨਾ ਇੱਕ ਤਰ੍ਹਾਂ ਦਾ, ਬਟ ਉਹ ਹੈੱਡ ਕਰਦਾ ਹੁੰਦਾ ਹੈ। ਤਾਂ ਉਸਦੀ ਪਹਿਲੀ ਗੱਲ ਤਾਂ ਕੌਂਸਲ ਆਫ ਮਿਨਿਸਟਰਸ ਨੂੰ ਉਹ ਡਿਸਮਿਸ ਕਰ ਦਿੰਦਾ ਹੈ। ਫਿਰ ਜਿਹੜਾ ਸਟੇਟ ਗਵਰਨਰ ਹੁੰਦਾ ਹੈ ਉਹ ਬਿਹਾਫ ਆਫ ਪ੍ਰੈਜ਼ੀਡੈਂਟ ਜਿੰਨੇ ਵੀ ਸਟੇਟ ਐਡਮਿਨਿਸਟ੍ਰੇਸ਼ਨ ਦੇ ਕੰਮ ਹੁੰਦੇ ਨੇ ਗਵਰਨਰ ਚਲਾਉਂਦਾ ਹੈ। ਕਿਹਦੇ ਕਹਿਣ 'ਤੇ? ਪ੍ਰੈਜ਼ੀਡੈਂਟ ਦੇ ਕਹਿਣ 'ਤੇ, ਪ੍ਰੈਜ਼ੀਡੈਂਟ ਦੇ ਬਿਹਾਫ 'ਤੇ ਚਲਾਉਂਦਾ ਹੈ। ਅਤੇ ਉਹ ਕਿਸ ਦੀ ਹੈਲਪ ਲੈਂਦਾ ਹੈ? ਗਵਰਨਰ ਜਾਂ ਤਾਂ ਚੀਫ ਸੈਕਰੇਟਰੀ ਸਭ ਤੋਂ ਵੱਡਾ ਅਫਸਰ ਹੁੰਦਾ ਹੈ ਸਟੇਟ ਗੌਰਮੈਂਟ ਦਾ, ਜਾਂ ਤਾਂ ਚੀਫ ਸੈਕਰੇਟਰੀ ਦੀ ਸਹਾਇਤਾ ਨਾਲ। ਜੇ ਚੀਫ ਸੈਕਰੇਟਰੀ ਅਵੇਲੇਬਲ ਨਹੀਂ ਹੈ ਤਾਂ ਜਿਹੜੇ ਪ੍ਰੈਜ਼ੀਡੈਂਟ ਦੁਆਰਾ ਐਡਵਾਈਜ਼ਰਸ ਅਪੁਆਇੰਟ ਕੀਤੇ ਜਾਂਦੇ ਨੇ ਉਹਨਾਂ ਦੀ ਸਹਾਇਤਾ ਨਾਲ ਸਟੇਟ ਐਡਮਿਨਿਸਟ੍ਰੇਸ਼ਨ ਨੂੰ ਚਲਾਉਂਦਾ ਹੈ ਸਟੇਟ ਗਵਰਨਰ ਔਨ ਦਾ ਬਿਹਾਫ ਆਫ ਪ੍ਰੈਜ਼ੀਡੈਂਟ। ਇਸੇ ਕਰਕੇ ਇਹ ਜਿਹੜੀ ਘੋਸ਼ਣਾ ਹੁੰਦੀ ਹੈ, ਇਸੇ ਕਰਕੇ ਇਸ ਨੂੰ ਆਰਟੀਕਲ 356 ਦੇ ਤਹਿਤ ਇਸ ਨੂੰ ਪ੍ਰੈਜ਼ੀਡੈਂਟ ਰੂਲ ਕਿਹਾ ਜਾਂਦਾ ਹੈ। ਜਦੋਂ 356 ਲੱਗਦਾ ਹੈ ਕਿਸੇ ਵੀ ਸਟੇਟ 'ਚ ਤਾਂ ਇਹ ਕਿਹਾ ਜਾਂਦਾ ਹੈ ਉੱਥੇ ਪ੍ਰੈਜ਼ੀਡੈਂਟ ਦਾ ਰੂਲ ਲੱਗ ਗਿਆ, ਕਿਉਂਕਿ ਪ੍ਰੈਜ਼ੀਡੈਂਟ ਕੋਲ ਜ਼ਿਆਦਾ ਪਾਵਰ ਹੁੰਦੀ ਹੈ। ਪ੍ਰੈਜ਼ੀਡੈਂਟ ਦੇ ਬਿਹਾਫ 'ਤੇ ਗਵਰਨਰ ਕੰਮ ਕਰਦਾ ਹੈ। ਠੀਕ ਹੈ। ਤਾਂ ਸਟੇਟ ਐਡਮਿਨਿਸਟ੍ਰੇਸ਼ਨ ਗਵਰਨਰ ਸਾਂਭਦਾ ਹੈ, ਤਾਂ ਇਸੇ ਕਰਕੇ ਇਸ ਨੂੰ ਪ੍ਰੈਜ਼ੀਡੈਂਟ ਰੂਲ ਕਿਹਾ ਜਾਂਦਾ ਹੈ। ਹੋਰ ਕੀ ਰੈਮੀਫਿਕੇਸ਼ਨਸ ਹੋਣਗੀਆਂ? ਉਹ ਜਿਹੜੀ ਸਟੇਟ ਲੈਜਿਸਲੇਟਿਵ ਅਸੈਂਬਲੀ ਨੂੰ ਜਾਂ ਤਾਂ ਸਸਪੈਂਡ ਕਰ ਦਿੰਦਾ ਹੈ ਜਾਂ ਡਿਸੋਲਵ ਕਰ ਦਿੰਦਾ ਹੈ ਸਟੇਟ ਲੈਜਿਸਲੇਟਿਵ ਅਸੈਂਬਲੀ ਨੂੰ। ਹੁਣ ਜਿਹੜੀ ਪਾਰਲੀਮੈਂਟ ਹੁੰਦੀ ਹੈ, ਪਾਰਲੀਮੈਂਟ ਦੇਸ਼ ਦੀ ਪਾਰਲੀਮੈਂਟ ਜਿੱਥੇ ਲੋਕ ਸਭਾ ਰਾਜ ਸਭਾ ਹੁੰਦੇ ਨੇ ਨਾ, ਪਾਰਲੀਮੈਂਟ ਹੁੰਦੀ ਹੈ ਉਹ ਸਟੇਟ ਲੈਜਿਸਲੇਟਿਵ ਦੇ ਜਿੰਨੇ ਬਿੱਲ ਹੁੰਦੇ ਨੇ ਉਸ ਕੰਸਰਨਡ ਸਟੇਟ 'ਤੇ ਜਿੱਥੇ ਪ੍ਰੈਜ਼ੀਡੈਂਟ ਦਾ ਰੂਲ ਲਾਇਆ ਗਿਆ ਉਹ ਪਾਸ ਕਰਦੀ ਹੈ। ਈਵਨ ਸਟੇਟ ਬਜਟ ਵੀ ਪਾਸ ਕੀਤਾ ਜਾਂਦਾ ਹੈ ਪਾਰਲੀਮੈਂਟ ਦੁਆਰਾ, ਨਾ ਕਿ ਉਸ ਕੰਸਰਨਡ ਸਟੇਟ ਦੀ ਸਟੇਟ ਲੈਜਿਸਲੇਟਿਵ ਅਸੈਂਬਲੀ ਦੁਆਰਾ। ਇਹ ਗੱਲ ਧਿਆਨ ਰੱਖਣੀ ਹੈ। ਇਨ ਦੈਟ ਕੇਸ ਜੋ ਸਟੇਟ ਲੈਜਿਸਲੇਟਿਵ ਬਿਲਸ ਹੁੰਦੇ ਨੇ ਅਤੇ ਸਟੇਟ ਬਜਟ ਹੁੰਦਾ, ਇਹ ਪਾਸ ਕੀਤਾ ਜਾਂਦਾ ਹੈ ਪਾਰਲੀਮੈਂਟ ਦੁਆਰਾ। ਹੁਣ ਇੱਥੇ ਇੱਕ ਗੱਲ ਹੋਰ ਆਪਾਂ ਦੇਖਾਂਗੇ, ਹਾਈ ਕੋਰਟ ਦੀ ਪਾਵਰ। ਹਾਈ ਕੋਰਟ ਦੀ ਭਾਵੇਂ ਕੋਈ ਕੌਨਸਟੀਟਿਊਸ਼ਨਲ ਪੋਜੀਸ਼ਨ ਹੈ, ਭਾਵੇਂ ਕੋਈ ਸਟੇਟਸ ਹੈ, ਜਾਂ ਕੋਈ ਹਾਈ ਕੋਰਟ ਦੀ ਪਾਵਰ ਹੈ, ਜਾਂ ਉਹਦੇ ਕੁਝ ਫੰਕਸ਼ਨਸ ਨੇ ਕੰਸਰਨਡ ਸਟੇਟ ਹਾਈ ਕੋਰਟ ਦੇ, ਉਹ ਸੇਮ ਹੀ ਰਹਿਣਗੇ ਜਿਵੇਂ ਪਹਿਲਾਂ ਸੀ, ਜਿਵੇਂ ਉਹ ਸੇਮ ਹੀ ਰਹਿਣਗੇ। ਪ੍ਰੈਜ਼ੀਡੈਂਟ ਰੂਲ ਦਾ ਹਾਈ ਕੋਰਟ 'ਤੇ ਕੋਈ ਪ੍ਰਭਾਵ ਨਹੀਂ ਪਏਗਾ। ਹੁਣ ਆਪਾਂ ਕਰਾਂਗੇ ਗੱਲ ਇੰਪੋਰਟੈਂਟ ਫੈਕਟਸ ਦੀ ਗੱਲ ਕਰਾਂਗੇ ਵੀ ਕੀ
देखो 1950 तो बाद लगभग 100 ਵਾਰੀ, एक दो ਵਾਰੀ ज़्यादा भी हो गया होना, ठीक है। 1950 तो बाद प्रेजिडेंट का रूल हर डिफरेंट स्टेट 'ਚ 100 ਵਾਰੀ लग चुका है। ਇਹਦਾ मतलब की होया हर साल 'ਚ लगभग 2 ਵਾਰੀ प्रेजिडेंट का रूल लग रहा है, ठीक है ना। तो कई बार ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਇਹ ਬੋਨ ਆਫ ਕੰਡੈਂਸ਼ਨ ਬਣੀ ਪਈ ਹੈ ਕਿ ਕਈ ਵਾਰੀ ਪ੍ਰੈਜ਼ੀਡੈਂਟ ਦਾ ਰੂਲ ਪੋਲੀਟੀਕਲ ਪਾਰਟੀਆਂ ਜੋ ਸੈਂਟਰ ਗਵਰਨਮੈਂਟ ਹੈ ਉਸ ਦੁਆਰਾ ਮਿਸਯੂਜ਼ ਵੀ ਕੀਤਾ ਗਿਆ ਹੈ। ਕਿਉਂ ਮਿਸਯੂਜ਼ ਕੀਤਾ ਗਿਆ ਹੈ ਕਿ ਜਿਹੜੀਆਂ ਥੱਲੇ ਰੀਜਨਲ ਪਾਰਟੀਆਂ ਦੀਆਂ ਸਰਕਾਰਾਂ ਹੁੰਦੀਆਂ ਨੇ ਰੀਜਨਲ ਪਾਰਟੀ ਦੀਆਂ, ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੋਊਗੀ, ਤਾਂ ਜਿਵੇਂ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ, ਜਿਵੇਂ DMK ਦੀ ਸਰਕਾਰ ਤਾਂ ਇਸ 'ਚ ਹੋਊਗੀ ਤਮਿਲਨਾਡੂ 'ਚ। ਇਹ ਰੀਜਨਲ ਪਾਰਟੀਆਂ ਨੇ, ਇਹਨਾਂ ਦੀ ਸਰਕਾਰਾਂ ਨੂੰ ਸਪਰੈਸ ਕਰਨ ਵਾਸਤੇ ਵੀ ਸੈਂਟਰਲ ਗਵਰਨਮੈਂਟ ਕਈ ਵਾਰ ਪ੍ਰੈਜ਼ੀਡੈਂਟ ਰੂਲ ਦਾ ਮਿਸਯੂਜ਼ ਕਰਦੀ ਹੈ, ਠੀਕ ਹੈ ਨਾ। ਤੇ ਤੇਲੰਗਾਨਾ ਤੇ ਛੱਤੀਸਗੜ੍ਹ ਇਹੋ ਜਿਹੀਆਂ ਸਟੇਟ ਨੇ ਜਿੱਥੇ ਹਾਲੇ ਤੱਕ ਕਦੇ ਵੀ ਪ੍ਰੈਜ਼ੀਡੈਂਟ ਦਾ ਰੂਲ ਨਹੀਂ ਲੱਗਿਆ। ਤੇ ਸਭ ਤੋਂ ਜ਼ਿਆਦਾ 10 ਵਾਰੀ ਮਨੀਪੁਰ 'ਚ ਲੱਗਿਆ ਤੇ ਉਸ ਤੋਂ ਬਾਅਦ 9 ਵਾਰੀ UP 'ਚ ਲੱਗਿਆ ਤੇ ਪੰਜਾਬ 'ਚ ਵੀ 8 ਵਾਰੀ ਪ੍ਰੈਜ਼ੀਡੈਂਟ ਦਾ ਰੂਲ ਲੱਗ ਚੁੱਕਾ ਹੈ। ਇਹ ਸਟੇਟਾਂ ਸੀ ਮੇਨ ਜਿਨ੍ਹਾਂ 'ਚ ਪ੍ਰੈਜ਼ੀਡੈਂਟ ਦਾ ਰੂਲ ਜ਼ਿਆਦਾ ਵਾਰੀ ਲੱਗਿਆ ਹੈ। ਤਾਂ ਇਹ ਅਸੀਂ ਗੱਲ ਕੀਤੀ ਪ੍ਰੈਜ਼ੀਡੈਂਟ ਰੂਲ ਬਾਰੇ। ਤੇ ਜਿਹੜੇ ਕਲੈਸ਼ਸ ਚੱਲ ਰਹੇ ਨੇ CM ਭਗਵੰਤ ਮਾਨ ਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਵਿੱਚ, ਅਸੀਂ ਅੱਜ ਤੁਹਾਡੇ ਨਾਲ ਡਿਸਕਸ ਕੀਤਾ ਪ੍ਰੈਜ਼ੀਡੈਂਟ ਰੂਲ। ਅਸੀਂ ਤੁਹਾਡੇ ਨਾਲ ਇਹ ਪ੍ਰੈਜ਼ੀਡੈਂਟ ਰੂਲ 356 ਦੇ ਤਹਿਤ ਲੱਗਦਾ ਹੁੰਦਾ ਹੈ, ਠੀਕ ਹੈ। ਅਸੀਂ ਤੁਹਾਡੇ ਨਾਲ ਨੈਸ਼ਨਲ ਐਮਰਜੈਂਸੀ ਬਾਰੇ ਵੀ ਗੱਲ ਕਰਾਂਗੇ ਤੇ ਜਿਹੜੇ 352 ਤਹਿਤ ਲੱਗਦਾ, ਤੇ ਫਾਈਨੈਂਸ਼ੀਅਲ ਐਮਰਜੈਂਸੀ ਬਾਰੇ ਵੀ ਗੱਲ ਕਰਾਂਗੇ ਜਿਹੜੀ 360 ਆਰਟੀਕਲ ਦੇ ਤਹਿਤ ਲੱਗਦਾ ਹੈ। ਸੋ ਥੈਂਕ ਯੂ, ਤੁਸੀਂ ਸਾਡੇ ਨਾਲ ਬਣੇ ਹੋਏ ਹੋ। ਥੈਂਕਸ ਫॉर ਵਾਚਿੰਗ।